श्री वाहिगुरु जी। सतनाम श्री वाहिगुरु जी। वाहिगुरु गुरु गरीब निवाज। सो कहो टल गुर सेवियै, अहनस सहज सुभाए। दर्शन परसियै गुरु कै, जन्म मरण दुख जाए। वाहिगुरु जी का खालसा, वाहिगुरु जी की फतेह। परम सत्कारयोग साध संगत जी, हर रोज की तरह जो भगत रविदास जी की लड़ीवार जीवन कथा आपां विचारते आ रहे हाँ कि अज 7वां दिन इस कथा विचार का है। भगत रविदास जिस समय के अंदर होए हैं, आप जी नूं पता है कि उदों बड़ा ही नफरत का बोलबाला सी। उच्ची जात वाले नीवियां जातां का मजाक उड़ाउणा, नीवियां जातां दे उत्ते जुल्म करने और छूत छात नूं बढ़ावा देना, शूद्र जाति कह के शूद्र लोगों नूं पिंडां चों नगरां चों बाहर भजा देना। कोई कामकार नहीं, कोई बिजनेस नहीं। बहुत सारे लोग भुख ते तंगी का मुकाबला करते, बहुत सारे लोग इस गरीबी ते तंगी तो दुखी होके प्राण त्याग देंदे, और उच्च जाति के लोग इन्हों ना तो कोई कामकार करन देंदे, ना किसी नगर पिंड विच वड़न देंदे। पिंडां तो बाहर किते कोई छपरी बना के कखा कानियां दियां झुंगियां पा के वो दलित लोगों ने रहना। इहो जे हालात उदों साडे देश दे सन, और जात अभिमानी लोगों का साडी पॉलिटिक्स उत्ते ते साडे धर्म दे उत्ते भी काबज सन। जात अभिमानी लोगों ने साडे धर्म ते कब्जा किया होया सी, साडे देश ते भी कब्जा किया होया सी। और 75% अज भी जात अभिमानी लोगों का डंका वजदा है। और जात अभिमानी उच्चियां जातां वाले लोगों करके ही सासंग थां थां ते मंदिर बनते जा रहे ने, थां थां ते गुरुद्वारे बनते जा रहे ने। देखो रमदासियां दे गुरुद्वारियां की होंद तां आई है कि उच्ची जात वाले लोगों ने, जात अभिमानियां ने शूद्रां दा नरादर किया, बोल कबोल बोले नफरत की है। इत्थों तक कि जो नहीं होना चाहिए सी वो भी हो रहा है। सिख धर्म के अंदर अमृत छकाउण लग्गियां भी हुण तां शायद कोई फर्क पै गया होवे, नहीं तो दलां अंदर भी टकसालां अंदर भी ये वितकरा किया जाता सी कि जिहड़े शूद्र सन उन्हां दे भांडे वखरे, लंगर वखरा, उन्हां दा काम वखरा। निहंगां दे दलां विच भी शूद्रां दे भांडे वखरे, उन्हां दा रोटी खाना वखरा, बहना वखरा। अज भी है।
ਹਾਂ, ਇਸ ਤੋਂ ਉੱਪਰ ਉੱਠ ਕੇ ਇੱਕ ਗੱਲ ਇਸ ਜਾਤ ਪਾਤ ਨੂੰ ਮਿਟਾਉਣ ਵਾਸਤੇ ਜ਼ਰੂਰ ਸਾਹਮਣੇ ਆਈ ਦਿਖਦੀ ਹੈ। ਉਹ ਹੈ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਅੰਮ੍ਰਿਤ ਛਕਣ ਤੋਂ ਬਾਅਦ ਜੋ ਅੰਮ੍ਰਿਤ ਦਾ ਬਾਟਾ ਬਚਿਆ ਹੁੰਦਾ ਹੈ, ਉਹ 2-2 ਘੁੱਟ 4-4 ਘੁੱਟ ਸਾਰਿਆਂ ਨੂੰ ਪਿਲਾਉਣਾ ਹੁੰਦਾ ਹੈ। ਇੱਕ ਲਾਈਨ ਵਿੱਚ ਖਲੋ ਕੇ ਸਾਰੇ ਲੋਕ ਉਹ ਅੰਮ੍ਰਿਤ ਦੇ ਬਾਟੇ ਨੂੰ ਮੂੰਹ ਲਾ ਕੇ ਛਕਦੇ ਨੇ। ਤੇ ਉੱਥੇ ਵੀ ਦੇਖਿਆ ਗਿਆ ਹੈ ਕਿ ਬੜਾ ਨੱਕ ਬੁੱਲ ਵੱਟਦੇ ਨੇ ਉੱਚੀ ਜਾਤ ਵਾਲੇ। ਮਨ ਵਿੱਚ ਸੋਚਦੇ ਆ ਵੀ ਲੈ ਹੁਣ ਇਹਨਾਂ ਦਾ ਹੀ ਸਾਨੂੰ ਝੂਠਾ ਪੀਣਾ ਪਊ ਯਾਰ, ਕਿਹੋ ਜਿਹਾ ਕੰਮ ਹੋ ਗਿਆ ਮਹਾਰਾਜ ਨੇ ਕੀ ਕਰ ਦਿੱਤਾ ਹੈ। ਚੂੜੇ ਚਮਾਰਾਂ ਨੂੰ ਦੇਖ ਕੇ ਉਹ ਵੀ ਨੱਕ ਬੁੱਲ ਵੱਟਦੇ ਆ, ਪਰ ਪੀ ਲੈਂਦੇ ਨੇ, ਘੁੱਟਾ ਵੱਟੀ ਪੀਂਦੇ ਨੇ, ਏਕਤਾ ਕਰਕੇ ਨਹੀਂ, ਘੁੱਟਾ ਵੱਟੀ ਕਰਕੇ ਪੀਂਦੇ ਨੇ। ਜ਼ਬਰਦਸਤੀ ਪੀਂਦੇ ਨੇ ਵੀ ਚਲੋ ਇੱਕ ਮਰਿਆਦਾ ਹੈ, ਗੁਰੂ ਸਾਹਿਬ ਦਾ ਹੁਕਮ ਹੈ ਬਈ ਸਾਰਿਆਂ ਨੇ ਬਾਟਾ ਇਕੱਠਾ ਹੀ ਛਕਣਾ ਹੈ, ਬਸ ਇੱਥੋਂ ਤੱਕ ਤਾਂ ਇਕੱਠਾ ਹੈ। ਤੇ ਗੁਰਦੁਆਰੇ ਦੀ ਬਾਉਂਡਰੀ ਚੋਂ ਬਾਹਰ ਨਿਕਲੇ ਤੇ ਫਿਰ ਚਮਾਰ ਹੀ ਹੈ, ਤਰਖਾਣ ਹੀ ਹੈ, ਮਜ਼ਬੀ ਹੈ, ਸੈਣੀ ਹੈ। ਫਿਰ ਮਨ ਦੀਆਂ ਭਾਵਨਾਵਾਂ ਜਿਹੜੀਆਂ ਨੇ ਸਾਡੀਆਂ ਉੱਥੇ ਹੀ ਜਨਮ ਲੈ ਲੈਂਦੀਆਂ ਨੇ। ਇੱਕ ਮਨੂ ਸਿਮਰਤੀ ਨੇ ਜਾਤ ਪਾਤ ਦਾ ਇਹੋ ਜਿਹਾ ਤੀਰ ਮਾਰਿਆ ਕਿ ਜਿਹੜਾ ਹੁਣ ਤੱਕ ਨਿਕਲਣ ਦਾ ਨਾਂ ਹੀ ਨਹੀਂ ਲੈਂਦਾ। ਸਾਡੇ ਦਿਲਾਂ ਵਿੱਚ ਉਹ ਜਾਤ ਪਾਤ ਦੇ ਅੱਖਰ ਐਸੇ ਉਕੇਰ ਦਿੱਤੇ ਨੇ ਕਿ ਮਿਟਣ ਦਾ ਨਾਂ ਹੀ ਨਹੀਂ ਲੈਂਦੇ। ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂਆਂ ਨੇ ਬੜਾ ਜ਼ੋਰ ਲਾਇਆ ਜਾਤ ਪਾਤ ਮਿਟਾਉਣ ਵਾਸਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਸਖਤੀ ਦੇ ਨਾਲ ਕਾਨੂੰਨ ਬਣਾਏ ਵੀ ਜਾਤ ਪਾਤ ਨਹੀਂ ਮੰਨਣੀ, ਬਸ ਜਾਤ ਪਾਤ ਸਿੰਘਨ ਕੀ ਦੰਗਾ ਹੀ ਇਹ ਸਤਿਗੁਰ ਤੇ ਮੰਗਾ। ਸਿੰਘਾਂ ਦੀ ਜਾਤ ਪਾਤ ਕੋਈ ਨਹੀਂ, ਅੰਮ੍ਰਿਤਧਾਰੀਆਂ ਦੀ ਜਾਤ ਪਾਤ ਕੋਈ ਨਹੀਂ, ਪਰ ਮਨੂ ਸਿਮਰਤੀ ਸਾਡੇ ਅੰਦਰੋਂ ਨਿਕਲੀ ਨਹੀਂ ਹੈ, ਉਹ ਅਜੇ ਵੀ ਜਿੰਦਾ ਹੈ। ਅਸੀਂ ਇੱਕ ਥਾਂ ਤੇ ਲੰਗਰ ਛਕ ਕੇ ਵੀ, ਇੱਕ ਪੰਗਤ ਵਿੱਚ ਲੰਗਰ ਛਕ ਕੇ ਵੀ ਮਨੂ ਸਿਮਰਤੀ ਨੂੰ ਜਿੰਦਾ ਰੱਖਿਆ ਹੈ। ਅੰਮ੍ਰਿਤ ਦਾ ਪਿਆਲਾ ਪੀ ਕੇ ਵੀ ਮਨੂ ਸਿਮਰਤੀ ਨੂੰ ਜਿੰਦਾ ਰੱਖਿਆ ਹੈ। ਹੁਣ ਕੁਝ ਨਹੀਂ ਦਿਖਦਾ ਵੀ ਇਹ ਮਨੂ ਸਿਮਰਤੀ ਸਾਡੇ ਅੰਦਰੋਂ ਕਦੋਂ ਮਰੇਗੀ, ਕਦੋਂ ਨਿਕਲੇਗੀ, ਕਿਵੇਂ ਨਿਕਲੇਗੀ। ਕੌਣ ਉਹ ਸੂਰਮਾ, ਉਹ ਯੋਧਾ ਦੁਨੀਆ ਤੇ ਆਏਗਾ ਕਿ ਜਿਹੜਾ ਇਸ ਮਨੂ ਸਿਮਰਤੀ ਦਾ ਨਾਸ਼ ਕਰੇਗਾ। ਕੌਣ ਹੈ ਜੋ ਮਨੂ ਸਿਮਰਤੀ ਦਾ ਨਾਸ਼ ਕਰ ਦੇਵੇ, ਜਾਤ ਪਾਤ ਦਾ ਮਲੀਆ ਮਿਟ ਕਰ ਦੇਵੇ। ਤਾਂ ਆਪਾਂ ਗੱਲ ਕਰਦੇ ਸੀ ਭਗਤ ਰਵਿਦਾਸ ਦੀ ਕਿ ਉਸ ਵੇਲੇ ਇਹ ਜਾਤ ਪਾਤ ਦਾ ਇੰਨਾ ਵੱਡਾ ਬੋਲਬਾਲਾ ਸੀ ਤੇ ਸ਼ੂਦਰਾਂ ਨੂੰ ਨਾ ਤਾਂ ਮੰਦਿਰਾਂ ਦੇ ਵਿੱਚ ਵੜਨ ਦਿੱਤਾ ਜਾਂਦਾ, ਨਾ ਕਿਸੇ ਆਰਤੀ ਦੇ ਵਿੱਚ ਇਹ ਸ਼ਾਮਲ ਹੋ ਸਕਦੇ ਹੈ, ਨਾ ਹੀ ਆਰਤੀ ਆਪ ਪੜ੍ਹ ਸਕਦੇ ਹੈ। ਯਾਨੀ ਕਿ ਵੱਡੀਆਂ ਜਾਤਾਂ ਵਾਲੇ ਇਹ ਸਮਝਦੇ ਸੀ ਵੀ ਜੇ ਸ਼ੂਦਰਾਂ ਨੇ ਰੱਬ ਦਾ ਨਾਂ ਲੈ ਲਿਆ ਤਾਂ ਰੱਬ ਨੂੰ ਵੀ ਭ੍ਰਿਸ਼ਟ ਕਰ ਦੇਣਗੇ। ਜੇ ਇਹਨਾਂ ਨੇ ਰੱਬ ਦੀ ਆਰਤੀ ਪੜ੍ਹ ਲਈ ਤੇ ਆਰਤੀ ਵੀ ਭ੍ਰਿਸ਼ਟ, ਜਿਹੜੇ ਰੱਬ ਦੀ ਆਰਤੀ ਪੜ੍ਹੀ ਉਹ ਰੱਬ ਵੀ ਭ੍ਰਿਸ਼ਟ। ਵੇਦਾਂ ਗ੍ਰੰਥਾਂ ਦੇ
ਦਰਸ਼ਨ ਕਰਨੇ ਤਾਂ ਇੱਕ ਪਾਸੇ ਰਹਿ ਗਏ, ਵੇਦਾਂ ਗ੍ਰੰਥਾਂ ਨੂੰ ਪੜ੍ਹਨਾ ਇੱਕ ਪਾਸੇ ਰਹਿ ਗਿਆ। ਬਾਕੀ ਦੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਸਾਡੇ ਕਰਮਾਂ 'ਚ ਨਹੀਂ ਸੀ ਹੁੰਦੀ। ਪੜ੍ਹਨ ਦਾ ਅਧਿਕਾਰ ਹੀ ਖੋਹ ਲਿਆ ਸੀ, ਪੜ੍ਹਨ ਦੇ ਹੱਕ ਹੀ ਖੋਹ ਲਏ ਸੀ। ਇਹ ਤਾਂ ਸਾਧ ਸੰਗਤ ਕੋਟਾਨ ਕੋਟ ਧੰਨਵਾਦ ਡਾਕਟਰ ਅੰਬੇਦਕਰ ਦਾ ਕਿ ਜਿਹਨੇ ਇੱਕ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ। ਕਿਸੇ ਵੀ ਜਾਤੀ ਦਾ ਸ਼ੂਦਰ ਹੋਵੇ ਉਹ ਵੋਟ ਪਾਏਗਾ, ਔਰ ਓਨੀ ਵੋਟ ਦੀ ਕੀਮਤ ਸ਼ੂਦਰ ਦੀ ਹੋਵੇਗੀ ਜਿੰਨੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੋਟ ਦੀ ਕੀਮਤ ਹੈ। ਜਿੰਨੀ ਬ੍ਰਾਹਮਣ ਦੀ ਵੋਟ ਕੀਮਤ ਰਖਾਉਂਦੀ ਹੈ, ਇੰਨੀ ਹੀ ਕੀਮਤ ਰਖਾਵੇਗੀ ਸ਼ੂਦਰ ਦੀ ਵੋਟ, ਜਿਹਦੇ ਕਰਕੇ ਉੱਚੀ ਜਾਤ ਅਭਿਮਾਨੀਆਂ ਨੂੰ ਥੋੜੀ ਜਿਹੀ ਨੱਥ ਪਈ ਹੈ। ਇਹ ਵੋਟਾਂ ਕਰਕੇ ਹੀ ਸ਼ੂਦਰਾਂ ਦੇ ਅੱਗੇ ਝੁਕਣ ਲੱਗੇ, ਵੋਟਾਂ ਕਰਕੇ ਹੀ ਉਹਨਾਂ ਦੇ ਕੋਲ ਆਉਣ ਲੱਗੇ, ਵੋਟਾਂ ਕਰਕੇ ਹੀ ਅਧਿਕਾਰ ਪ੍ਰਾਪਤ ਹੋਣ ਲੱਗੇ। ਇੱਕ ਬੰਦੇ ਨੇ ਲੜਾਈ ਲੜੀ, ਵੋਟ ਦਾ ਹੱਕ ਲੈ ਕੇ ਦਿੱਤਾ। ਨਹੀਂ ਤਾਂ ਪ੍ਰਚਾਰ ਤਾਂ ਗੁਰੂਆਂ ਨੇ ਬੜਾ ਕੀਤਾ, ਮਹਾਂਪੁਰਖਾਂ ਨੇ ਕੀਤਾ, ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਸਖਤ ਪਾਬੰਦੀ ਲਾ ਦਿੱਤੀ ਵੀ ਕੋਈ ਜਾਤ ਪਾਤ ਨਹੀਂ ਹੈ, ਬਿਲਕੁਲ ਜਾਤ ਪਾਤ ਕੋਈ ਪੁੱਛੇਗਾ ਵੀ ਨਹੀਂ। ਪਰ ਫਿਰ ਵੀ ਉਹ ਗੱਲ ਨਾ ਬਣ ਸਕੀ ਜੋ ਗੁਰੂ ਜੀ ਚਾਹੁੰਦੇ ਸੀ। ਸਾਡੇ ਅੰਦਰੋਂ ਉਹ ਮਨੁ ਸਿਮਰਤੀ ਜਾਤ ਪਾਤ ਨੂੰ ਜਿੰਦਾ ਰੱਖ ਰਹੀ ਹੈ। ਭਗਤ ਰਵਿਦਾਸ ਦੇ ਕੋਲ ਹੁਣ ਇੱਕ ਨਵਾਂ ਚਮਤਕਾਰ ਹੋ ਗਿਆ, ਇੱਕ ਨਵੀਂ ਪਿਰਤ ਪੈਣ ਲੱਗ ਪਈ ਹੈ, ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਉਹ ਕੀ ਹੈ ਕਿ ਦੂਰ ਦਰਾਡੇ ਤੋਂ ਸੰਗਤ ਆਉਣ ਲੱਗ ਪਈ। ਆਸੇ ਪਾਸੇ ਦੇ ਲੋਕ ਭਗਤ ਰਵਿਦਾਸ ਜੀ ਦੇ ਕੋਲ ਆਉਣ ਲੱਗ ਪਏ ਤੇ ਭਗਤ ਰਵਿਦਾਸ ਜੀ ਨੂੰ ਸੰਗਤਾਂ ਨੇ ਉੱਚੀ ਥਾਂ ਤੇ ਬਿਠਾ ਦਿੱਤਾ। ਬਾਕੀ ਸਾਰੀ ਸੰਗਤ ਥੱਲੇ ਬੈਠਣ ਲੱਗ ਪਈ ਤੇ ਇਸ ਸੰਗਤ ਦੇ ਵਿੱਚ ਅੱਜ ਦੋ ਬੀਬੀਆਂ ਦਾ ਨਾਮ ਆਉਂਦਾ ਹੈ। ਜਦੋਂ ਕਿ ਔਰਤ ਨੂੰ ਇਸਲਾਮ ਧਰਮ ਨੇ ਵੀ ਤੇ ਹਿੰਦੂ ਧਰਮ ਨੇ ਵੀ ਸ਼ੂਦਰ ਦਾ ਦਰਜਾ ਦਿੱਤਾ ਹੈ, ਨੀਚ ਮੰਨਿਆ ਹੈ, ਨੌਕਰ ਮੰਨਿਆ, ਗੁਲਾਮ ਮੰਨਿਆ ਹੈ। ਅੱਜ ਭਗਤ ਰਵਿਦਾਸ ਜੀ ਦੇ ਇਸ ਸਤ ਸੰਗਤ ਦੇ ਵਿੱਚ ਔਰਤ ਦੀ ਗੁਲਾਮੀ ਟੁੱਟਣ ਲੱਗੀ ਹੈ। ਜਿਹੜੇ ਲੋਕ ਕਹਿੰਦੇ ਸੀ ਵੀ ਔਰਤ ਪਾਠ ਪੂਜਾ ਦੀ ਅਧਿਕਾਰੀ ਨਹੀਂ ਹੈ, ਔਰਤ ਪੂਜਾ ਨਹੀਂ ਕਰ ਸਕਦੀ, ਅਪਵਿੱਤਰ ਹੈ, ਔਰਤ ਦੇਵੀ ਦੇਵਤਿਆਂ ਨੂੰ ਛੂਹ ਨਹੀਂ ਸਕਦੀ, ਮਲੀਨ ਹੈ, ਔਰਤ ਨਮਾਜ਼ ਨਹੀਂ ਪੜ੍ਹ ਸਕਦੀ, ਔਰਤ ਮਸੀਤ ਵਿੱਚ ਨਹੀਂ ਜਾ ਸਕਦੀ, ਔਰਤ ਮੱਕੇ ਦਾ ਹੱਜ ਨਹੀਂ ਕਰ ਸਕਦੀ, ਔਰਤ ਵਿਦਿਆ ਨਹੀਂ ਪੜ੍ਹ ਸਕਦੀ, ਧਰਮ ਦੇ ਗ੍ਰੰਥਾਂ ਦਾ ਅਧਿਐਨ ਨਹੀਂ ਕਰ ਸਕਦੀ। ਜਿਹੜੀਆਂ ਇਹ ਪਾਬੰਦੀਆਂ ਲਾਈਆਂ ਸੀ, ਧਰਮ ਨੇ ਗੁਲਾਮ ਬਣਾਇਆ ਹੋਇਆ ਸੀ, ਅੱਜ ਭਗਤ ਰਵਿਦਾਸ ਜੀ ਦੇ ਇਹ ਸਤ ਸੰਗਤ ਦੇ ਵਿੱਚ ਗੁਲਾਮੀ ਟੁੱਟਣ ਲੱਗੀ ਹੈ। ਅੱਜ ਇੱਕ ਇਮਤਿਹਾਨ ਸ਼ੁਰੂ ਹੋ ਗਿਆ ਹੈ, ਜਿਹਦੇ ਵਿੱਚੋਂ ਦੋ ਬੀਬੀਆਂ ਇਸ ਵਿਦਿਆ ਵਿੱਚੋਂ ਕਹਿ ਲਓ, ਪੇਪਰਾਂ ਚੋਂ ਕਹਿ ਲਓ, ਪਾਸ ਹੋਣ ਲੱਗੀਆਂ ਨੇ।
सब तो पहला है कि मीराबाई जो सच्चे दिलों उस वाहिगुरु परमेश्वर की परमात्मा की भगती करती थी, जिसके अंदर परमात्मा की लगन लगी हुई थी, सच्चे दिलों उन्होंने लगन लगी थी। उस लगन के मुताबिक एक मीराबाई ते एक करमाबाई, ये दो औरतां ने जिन्हां दी सतसंगत दे विच बैठियां इन्नी बिरती लगी, इन्ना ध्यान लग्या, सुरत रब नाल जुड़ी, ध्यान रब नाल जुड़िया, रब दे नाम दे विच ये मस्तानियां हो गईयां, कोई टाइम दी कोई खबर ना रही। सारा दिन बैठिया रही, घर जाना याद नहीं रहा। शाम पैगी, सूरज अपनी चाल चली गया, सूरज छिपड़ के कंढे आ गया, सब मंदिरां दे विच संध्या का टाइम हो गया। संध्या दे वेले घंटियां वजन लग पईयां, धूप तुखा दी गई, जोतां जगा दित्तियां गईयां और इन्हां टल्लियां दी आवाज़ दे विच आरती पढ़नी शुरू कर दी गई। जिहड़ी आरती भगत रविदास जी दे मंदिर विच भगत रविदास जी दे कोल भी उचारण करनी शुरू कर दी है। ये आरती भगत रविदास जी ने उचारण की है, क्योंकि सारे भगतों ने आरती की है, हर एक भगत ने आरती गाई है। धन्ने भगत वर्गिया ने आरता कह दिता, गोपाल तेरा आरता, जो जन तेरी भगत करन ते तिनके काज सवारता। तो इथों पता लगता भी आरती पढ़न वालियां दे काम कार सिमरदे ने, रब काम करदा है। मैं एक होर इत्थे विद्वानां दे, ज्ञानियां दे, भगतां दे ज्ञात वास्ते अर्ज कर देवां कि जिहड़ा भी प्रचारक, कथावाचक, ज्ञानी उठदा है, वो इस गल का विरोध करन लग पैंदा है, थाली 'च दीवे नहीं जगाउणे जी, दीवे जगा के नहीं महाराज अगे घुमाउणे, दीवे जगा के आरती नहीं करनी चाहिए। रब की आरती तो हमेशा ही हो रही है, रब की आरती तो हवा करती है, रब के थाल दे विच तां चंद सूरज तारे जिहड़े ने और ग्रह नक्षत्र तारे वो दीवे ने, ते फिर वो ते दीवे हमेशा वास्ते जगदे ने। हवा पवन झुलदी है, चौर करती है, आरती गा रही है, जो वृक्षां दे विचों आवाज़ आउंदी है शां शां दी, वो आरती का संगीत करती है। ते फिर वो आरती तो कुदरत की हुई ना, साडी तां नहीं आरती हुई, असीं तां नहीं आरती कीती, असीं तां अपने तरीके नाल आरती करनी है, कुदरत अपने तरीके नाल आरती कर रही है। दूजी गल ये गुरमत का हवाला दिंदे, गुरमत विच मनाही है जी, किहड़ी गुरमत विच मनाही है? किसी गुरु दे साइन है, किसी गुरु का कोई वचन है भी ये थाली च पा के दीवे नहीं जगाने जां फुੱਲ बरसा के आरती नहीं करनी? आरती तो शुरू ही फुੱਲ बरसाउण तो हुई है, आरती का ना ही दीवे जगा के आरती करनी है। दूजी गल उन्हां दी भी गल ठीक है भी ये आरती इस तरह करनी गलत है, मनमत है। दीवे जगा के थाल च दीवे बाल के
ਜਾਂ ਫੁੱਲ ਵਰਸਾ ਕੇ ਆਰਤੀ ਨਹੀਂ ਕਰਨੀ ਚਾਹੀਦੀ। ਪਰ ਇਹ ਕਿਹਨਾਂ ਨੂੰ ਨਹੀਂ ਕਰਨੀ ਚਾਹੀਦੀ? ਗਿਆਨੀਆਂ ਨੂੰ, ਕਥਾਵਾਚਕਾਂ ਨੂੰ, ਚੁਣਚ ਗਿਆਨੀਆਂ ਨੂੰ ਇਹ ਆਰਤੀ ਨਹੀਂ ਕਰਨੀ ਚਾਹੀਦੀ, ਮਨਮਤ ਹੈ। ਪਰ ਜਿਹੜੇ ਭਗਤੀ ਕਰਨ ਵਾਲੇ ਨੇ, ਰੱਬ ਦੀ ਭਗਤੀ ਕਰਨ ਵਾਲੇ ਨੇ, ਜਿਹੜੇ ਪ੍ਰੇਮਾ ਭਗਤੀ ਕਰਦੇ ਆ, ਰੱਬ ਦੇ ਆਸ਼ਿਕ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਤੋਂ ਨਿਸ਼ਾਵਰ ਕੀਤਾ ਹੋਇਆ ਹੈ, ਉਹ ਤਾਂ ਆਰਤੀਆਂ ਹੀ ਕਰਨਗੇ। ਉਹ ਤਾਂ ਦੀਵੇ ਵੀ ਜਗਾਉਣਗੇ, ਫੁੱਲ ਵੀ ਚੜਾਉਣਗੇ। ਇੱਥੋਂ ਤੱਕ ਕਿ ਉਹ ਭਗਤੀ ਕਰਨ ਵਾਲਿਆਂ ਨੇ ਤਾਂ ਆਪਣਾ ਘਰ-ਬਾਰ ਵੀ, ਪਰਿਵਾਰ ਵੀ, ਧਨ ਦੌਲਤ ਵੀ ਆਪਣੇ ਸਿਰ ਤੱਕ ਨਿਸ਼ਾਵਰ ਕਰ ਦਿੱਤਾ। ਐਸੇ ਵੀ ਪ੍ਰੇਮਾ ਭਗਤੀ ਵਾਲੇ ਨੇ ਜਿਨ੍ਹਾਂ ਨੇ ਸਭ ਕੁਝ ਨਿਸ਼ਾਵਰ ਕਰ ਦਿੱਤਾ ਹੈ। ਜੇ ਤਾਂ ਭਗਤੀ ਕਰਨੀ ਹੈ ਫਿਰ ਤਾਂ ਆਰਤੀ ਦੀਵੇ ਜਗਾ ਕੇ ਹੀ ਕਰਨੀ ਪਵੇਗੀ। ਤੇ ਜੇ ਇਕੱਲਾ ਗਿਆਨ ਦਾ ਘੋੜਾ ਭਜਾ ਕੇ ਉਹਦੇ ਉੱਤੇ ਚੜ੍ਹ ਕੇ ਭੱਜਣਾ ਹੈ ਤੇ ਫਿਰ ਤਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ, ਫਿਰ ਸਭ ਕੁਝ ਹੋ ਰਿਹਾ ਹੈ। ਹੁਣ ਭਗਤ ਰਵਿਦਾਸ ਜੀ ਨੇ ਇੱਥੇ ਆਰਤੀ ਦਾ ਇੱਕ ਸ਼ਬਦ ਉਚਾਰਨ ਕੀਤਾ ਹੈ, ਤੇ ਇਹ ਆਰਤੀ ਦਾ ਸ਼ਬਦ ਮੈਂ ਕਈਆਂ ਦੇ ਨਾਲ ਮੈਚਿੰਗ ਕਰਕੇ ਤੇ ਕਈਆਂ ਦੇ ਨਾਲ ਮਿਲਾ ਕੇ, ਕਈ ਗੱਲਾਂ ਇਹਦੇ ਨਾਲ ਮਿਲਾ ਕੇ ਇਹਦੇ ਅਰਥ ਕੱਲ੍ਹ ਨੂੰ ਕਰਾਂਗਾ। ਅੱਜ ਸਮਾਂ ਇੱਥੇ ਸਮਾਪਤ ਹੋ ਗਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਰੇ ਜਣ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।